ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਸਾਹਿਬ ਜੀਓ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੋ ਸਭਨਾ ਕੀ ਰੇਣੁਕਾ, ਤਉ ਆਓ ਹਮਾਰੇ ਪਾਸ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੈ ਹਿਤ। ਪੁਰਜਾ ਪੁਰਜਾ ਕਟ ਮਰੈ, ਕਬਹੁ ਨਾ ਛਾਡੈ ਖੇਤ। ਹਾਜਰਾ ਹਜ਼ੂਰ, ਜਹਰਾ ਜਹੂਰ, ਸਰਬ ਕਲਾ ਭਰਪੂਰ। ਸਾਂਝੀ ਵਾਰਤਾ ਦੇ ਪ੍ਰਤੀਕ ਗੁਰੂ ਗਰੀਬ ਨਵਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਸਾਜੀ, ਸਾਧ ਸੰਗਤ ਜੀਓ। ਆਪ ਜੀ ਵਡਭਾਗੇ ਹੋ। ਗੁਰਦੇਵ ਪਿਤਾ ਦੇ ਚਰਨ ਕਮਲਾਂ ਵਿੱਚ ਬੈਠ ਕੇ ਦਾਸ ਤੋਂ ਪਹਿਲਾਂ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਰੱਬੀ ਬਾਣੀ ਦਾ ਸ਼ਬਦ ਕੀਰਤਨ ਬੜੇ ਪਿਆਰ ਨਾਲ ਸ਼ਰਵਣ ਕੀਤਾ ਹੈ। ਆਓ ਸਮਾਂ ਹੈ ਵਿਚਾਰਾਂ ਦਾ। ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਪਵਿੱਤਰ ਵਿਚਾਰ ਨਾਲ ਆਪਾਂ ਜੁੜਨਾ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਓ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਜਿਹੜਾ ਹੈ ਦੁਨੀਆ ਦੇ ਧਰਮਾਂ ਤੋਂ ਬਿਲਕੁਲ ਹੀ ਵਿਲੱਖਣ ਤੇ ਵੱਖਰਾ ਧਰਮ ਹੈ ਅਤੇ ਇਸ ਧਰਮ ਦੀ ਜਿਹੜੀ ਬੁਨਿਆਦ ਹੈ, ਅਰਮਤਾ ਹੈ, ਉਹ ਬਾਬੇ ਨਾਨਕ ਨੇ ਰੱਖੀ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਜਦੋਂ ਆਪਾਂ ਵਿਚਾਰ ਸਾਂਝੀ ਕਰਦੇ ਹਾਂ ਤੇ ਦੁਨੀਆ ਦਾ ਹਰ ਇੱਕ ਮਨੁੱਖ ਤਕਰੀਬਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਪਿਆਰ ਕਰਦਾ ਹੈ। ਭਾਵੇਂ ਉਹ ਮੁਸਲਮਾਨ ਹੋਵੇ, ਭਾਵੇਂ ਹਿੰਦੂ ਹੋਵੇ, ਈਸਾਈ ਹੋਵੇ, ਜੈਨੀ ਹੋਵੇ, ਸਿੱਖ ਹੋਵੇ, ਹਰ ਕੋਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਅਦਬ ਅਤੇ ਸਤਿਕਾਰ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਜਦੋਂ ਇਸ ਸੰਸਾਰ ਵਿੱਚ ਆਏ ਨੇ ਤੇ ਉਹਨਾਂ ਨੇ ਇਸ ਜਗਤ ਜਲੰਦੇ ਨੂੰ ਠਾਰਨ ਵਾਸਤੇ ਆਪਣੀ ਜ਼ਿੰਦਗੀ ਦਾ ਬਹੁਤ ਲੰਬੇਰਾ ਸਮਾਂ ਜਿਹੜਾ ਹੈ ਉਹ ਮਨੁੱਖਤਾ ਦੀ ਭਲਾਈ ਵਾਸਤੇ ਬਤੀਤ ਕੀਤਾ ਹੈ। ਤੇ ਗੁਰੂ ਪਾਤਸ਼ਾਹ ਜੀ ਨੇ ਰੱਬੀ ਸੁਨੇਹਾ ਜਿਹੜਾ ਮਨੁੱਖਤਾ ਤੱਕ ਪਹੁੰਚਾਇਆ ਤੇ ਨਾਲ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸਾਂਝਾ ਉਪਦੇਸ਼ ਦੇ ਕੇ ਤੇ ਇੱਕ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਨਾਲ ਜੁੜਨ ਦਾ ਯਤਨ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਜਦੋਂ ਸੰਸਾਰ ਵਿੱਚ ਆਏ ਨੇ ਤੇ ਜਿਸ ਧਰਤੀ ਤੇ ਸਾਹਿਬਾਂ ਦਾ ਪ੍ਰਕਾਸ਼ ਹੋਇਆ ਉਸ ਧਰਤੀ ਨੂੰ ਰਾਏ ਭੋਏ ਦੀ ਤਲਵੰਡੀ ਕਰਕੇ ਯਾਦ ਕੀਤਾ ਜਾਂਦਾ ਸੀ। ਉੱਥੋਂ ਦਾ ਜਿਹੜਾ ਚੌਧਰੀ ਹੈ, ਰਾਏ ਬੁਲਾਰ ਹੈ, ਤੇ ਰਾਏ ਬੁਲਾਰ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦੀਦਾਰ ਕਰਦਾ, ਉਹ ਇੱਕ ਮੁਸਲਮਾਨ ਹੈ ਤੇ ਬਹੁਤ ਵੱਡਾ ਚੌਧਰੀ ਹੈ। ਤੇ ਉਸ ਚੌਧਰੀ ਦੇ ਕੋਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ ਪਟਵਾਰੀ ਦੀ ਨੌਕਰੀ ਕਰਦੇ ਨੇ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦੀਦਾਰ ਰਾਏ ਬੁਲਾਰ ਨੇ ਕੀਤੇ ਨੇ, ਜਦੋਂ ਉਹਨਾਂ ਦੇ ਕੌਤਕ ਵੇਖੇ ਦੀਦਾਰ ਕਰਕੇ
ਤੇ ਰਾਏ ਬੁਲਾਰ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸਿੱਖ ਬਣਿਆ, ਮੁਰੀਦ ਬਣ ਗਿਆ। ਬਲਕਿ ਇੱਕ ਦਿਨ ਮਹਿਤਾ ਕਲਿਆਣ ਦਾਸ ਜੀ ਨੂੰ ਬੁਲਾ ਕੇ ਰਾਏ ਬੁਲਾਰ ਨੇ ਇਹ ਆਖਿਆ ਸੀ ਵੀ ਮਹਿਤਾ ਜੀ ਤੁਸੀਂ ਆਪਣੇ ਪੁੱਤਰ ਨੂੰ ਕਦੀ ਵੀ ਝਿੜਕਣਾ ਨਹੀਂ। ਕਿਉਂਕਿ ਨਾਨਕ ਜੀ ਦੇ ਕਾਰਨ ਹੀ ਮੇਰੀ ਨਗਰੀ ਜਿਹੜੀ ਹੈ ਉਹ ਵਸਦੀ ਹੈ। ਇੰਨਾ ਨਿਸ਼ਚਾ, ਇੰਨਾ ਭਰੋਸਾ ਤੇ ਇੰਨਾ ਪਿਆਰ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਰਾਏ ਬੁਲਾਰ ਦਾ। ਇੱਥੋਂ ਤੱਕ ਕਿ ਰਾਏ ਬੁਲਾਰ ਜਿਹੜਾ 1500 ਮੁਰੱਬਿਆਂ ਦਾ ਮਾਲਕ ਸੀ, ਤੇ ਇੱਕ ਮੁਰੱਬੇ ਵਿੱਚ ਮੇਰੇ ਹਿਸਾਬ ਨਾਲ ਤਕਰੀਬਨ 25 ਕਿੱਲੇ 25 ਏਕੜ ਜ਼ਮੀਨ ਆਉਂਦੀ ਹੈ। 750 ਮੁਰੱਬਾ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਨਾਂ ਅੱਜ ਵੀ ਨਨਕਾਣੇ ਦੀ ਧਰਤੀ ਦੇ ਉੱਤੇ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਨਾਂ ਨਾਲ ਉਹ ਜ਼ਮੀਨ ਬੋਲਦੀ ਹੈ ਅੱਜ ਵੀ। ਹੁਣ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਤੇ ਇਲਾਕੇ ਦਾ ਨਾਂ ਰਾਏ ਭਾਈ ਦੀ ਤਲਵੰਡੀ ਹੈ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਵਡਿਆਈ ਇੰਨੀ ਹੋ ਗਈ ਕਿ ਉਸ ਸਥਾਨ ਦਾ ਨਾਂ ਜਿਹੜਾ ਹੈ ਉਹ ਨਾਨਕ ਦੇ ਆਉਣ ਕਾਰਨ ਨਨਕਾਣਾ ਸਾਹਿਬ ਹੋ ਗਿਆ, ਜਿੱਥੇ ਨਾਨਕ ਜੀ ਦਾ ਆਉਣਾ ਹੋਇਆ। ਹੁਣ ਉਹੀ ਨਨਕਾਣਾ ਸਾਹਿਬ ਜਿੱਥੇ ਅੱਜ ਤੋਂ 100 ਸਾਲ ਪਹਿਲਾਂ, ਠੀਕ ਬਿਲਕੁਲ 100 ਸਾਲ ਪਹਿਲਾਂ ਇੱਕ ਬਹੁਤ ਵੱਡਾ ਸਾਕਾ ਵਰਤਿਆ, ਜਿਹਨੂੰ ਆਪਾਂ ਇਤਿਹਾਸ ਦੇ ਵਿੱਚ ਸਾਕਾ ਨਨਕਾਣਾ ਸਾਹਿਬ ਕਰਕੇ ਯਾਦ ਕਰਦੇ ਹਾਂ। ਉਹਦੇ ਕੁਝ ਕੁ ਕਾਰਨ ਸਨ। ਪਹਿਲਾਂ ਉਹਨਾਂ ਕਾਰਨਾਂ ਨੂੰ ਥੋੜਾ ਜਿਹਾ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਵੀ ਉਹ ਸਾਕਾ ਕਿਉਂ ਹੋਇਆ। ਕਿਉਂਕਿ ਉਸ ਸਾਕੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀ ਸ਼ਹਾਦਤ ਨੂੰ ਵੀ ਅੱਜ ਆਪਾਂ ਯਾਦ ਕਰ ਰਹੇ ਹਾਂ। ਤਾਂ ਉਹਦੇ ਕੁਝ ਕੁ ਕਾਰਨ ਜਿਹੜੇ ਨੇ ਸਮਝਣੇ ਬਹੁਤ ਜ਼ਰੂਰੀ ਹੋਣਗੇ ਵੀ ਉਹ ਹਾਲਾਤ ਜਿਹੜੇ ਹਨ ਇਹੋ ਜਿਹੇ ਬਣ ਗਏ, ਸਮਾਂ ਇਹੋ ਜਿਹਾ ਆ ਗਿਆ ਕਿ ਉਹ ਇੱਕ ਸਾਕੇ ਦਾ ਰੂਪ ਲੈ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਨੰਦੇੜ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰੂ ਥਾਪ ਕੇ ਤੇ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨਾਲ ਜੋੜ ਕੇ ਇਹ ਬਚਨ ਕਹਿ ਦਿੱਤੇ ਵੀ ਅੱਜ ਤੋਂ ਬਾਅਦ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਜੋਤੀ ਜੋਤ ਸਮਾਉਂਦੇ ਨੇ ਸੰਨ 1708 ਵਿੱਚ, ਉਸ ਤੋਂ ਬਾਅਦ ਦਾ ਜਿਹੜਾ ਤਕਰੀਬਨ 70-80 ਸਾਲ ਦਾ ਸਮਾਂ ਹੈ, ਸਿੱਖ ਧਰਮ ਵਾਸਤੇ ਬੜਾ ਵੱਡਾ ਇੱਕ ਚੁਣੌਤੀ ਦਾ ਸਮਾਂ ਰਿਹਾ ਹੈ। ਇੱਥੋਂ ਤੱਕ ਕਿ ਸਮਾਂ ਕਿ ਜਿਹੜੇ ਸੰਘਰਸ਼ ਕਰਨ ਵਾਲੇ ਸਿੱਖ ਸਨ ਉਹ ਜੰਗਲਾਂ ਤੇ ਬੇਲਿਆਂ ਦੇ ਵਿੱਚ ਰਹਿ ਕੇ ਰਾਤਾਂ ਕੱਟਣੀਆਂ ਤੇ ਛੋਲੇ ਖਾ ਕੇ ਤਾਂ ਘੋੜੇ ਦੀਆਂ ਕਾਠੀਆਂ ਤੇ ਆਪਣੀ ਨੀਂਦ ਪੂਰੀ ਕਰਕੇ ਤੇ ਸਮੇਂ ਨੂੰ ਬਤੀਤ ਕਰਨਾ। ਬਹੁਤ ਵੱਡਾ ਕਹਿਰ, ਛੋਟਾ ਘੱਲੂਘਾਰਾ ਹੋਇਆ, ਫਿਰ ਵੱਡਾ ਘੱਲੂਘਾਰਾ ਹੋਇਆ, ਅਬਦਾਲੀ ਨਾਲ ਮੁਕਾਬਲੇ ਹੋਏ। ਭਾਈ ਮਨੀ ਸਿੰਘ ਵਰਗੇ ਮਹਾਨ ਸੂਰਮੇ ਸ਼ਹਾਦਤ ਦਾ ਜਾਮ ਪੀਂਦੇ ਨੇ। ਬਾਬਾ ਦੀਪ ਸਿੰਘ ਵਰਗੇ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਆਪਣਾ ਸੀਸ ਭੇਟ ਕਰਦੇ ਨੇ। ਤਾਂ ਇੱਕ ਬਹੁਤ ਵੱਡਾ ਜਿਹੜਾ ਹੈ ਸਮਾਂ ਚੁਣੌਤੀ ਭਰਿਆ ਸਿੱਖ ਕੌਮ ਦੇ ਸਾਹਮਣੇ ਸੀ। ਤੇ ਉਸ ਦਰਮਿਆਨ ਜਿਹੜੇ ਗੁਰੂ ਘਰ ਦੇ ਪ੍ਰਬੰਧ ਸਨ, ਉਹ ਉਸ ਸਮੇਂ ਦੇ ਜਿਹੜੇ ਸਾਧੂ ਲੋਕ ਜਾਂ ਮਹੰਤ ਲੋਕ ਸਨ, ਪੁਜਾਰੀ ਲੋਕ ਸਨ, ਉਹਨਾਂ ਦੇ ਹੱਥਾਂ ਦੇ ਵਿੱਚ ਉਹ ਸਾਰਾ ਪ੍ਰਬੰਧ ਆਇਆ ਸੀ। ਔਰ ਇਹ ਉਸ ਸਮੇਂ ਵਿੱਚ ਇਹਨਾਂ ਦੀ ਭਾਵਨਾ ਵੀ ਬੜੀ ਸੀ ਤੇ ਇਹਨਾਂ ਗੁਰੂ ਘਰਾਂ ਦੀ ਸੰਭਾਲ ਵੀ ਬੜੀ ਕੀਤੀ। ਵੇਖੋ, ਹਰ ਇੱਕ ਮਨੁੱਖ ਮਾੜਾ ਨਹੀਂ ਹੁੰਦਾ, ਬੁਰਾ ਨਹੀਂ ਹੁੰਦਾ। ਕਿਸੇ ਨਾ ਕਿਸੇ ਪ੍ਰਬੰਧ ਦੇ ਵਿੱਚ ਕੁਝ ਚੰਗੇ ਮਨੁੱਖ ਵੀ ਹੁੰਦੇ ਨੇ, ਕੁਝ ਮਾੜੇ ਮਨੁੱਖ ਵੀ ਹੁੰਦੇ ਨੇ। ਹੁਣ ਉਹਨਾਂ ਸਮਿਆਂ ਦੇ ਵਿੱਚ ਸਿੱਖ ਕੌਮ ਇੱਕ ਸੰਘਰਸ਼ ਦੇ ਵਿੱਚੋਂ ਲੰਘ ਰਹੀ ਸੀ ਤੇ ਇਹ ਲੋਕ ਜਿਹੜੇ ਮਹੰਤ ਲੋਕ ਸਨ, ਜਿਨ੍ਹਾਂ ਨੂੰ ਮਸੰਦ ਸ਼ਬਦ ਵੀ ਆਪਾਂ ਵਰਤਦੇ ਹਾਂ। ਹਾਲਾਂਕਿ ਅੱਜ ਜਦੋਂ ਆਪਾਂ ਮਸੰਦ ਸ਼ਬਦ ਵਰਤਦੇ ਹਾਂ ਤੇ ਉਦੋਂ ਮਸੰਦ ਸ਼ਬਦ ਉਹਦੇ ਵਾਸਤੇ ਵਰਤਦੇ ਹਾਂ ਜਿਹਨੂੰ ਮਾੜਾ ਕਹਿਣਾ ਹੋਵੇ, ਵੀ ਫਲਾਣਾ ਤੇ ਮਹੰਤ ਏ, ਫਲਾਣਾ ਤੇ ਮਸੰਦ ਏ। ਪਰ ਨਹੀਂ, ਕਈ ਐਸੇ ਮਸੰਦ, ਕਈ ਐਸੇ ਮਹੰਤ ਵੀ ਸਨ ਜਿਹੜੇ ਚੰਗੇ ਕਿਰਦਾਰ ਤੇ ਜੀਵਨ ਵਾਲੇ ਸਨ। ਸ਼ਬਦ ਆਪਾਂ ਹੋਰ ਜਦੋਂ ਆਪਾਂ ਵਰਤਦੇ ਨੇ ਆ ਵੀ ਕਲਗੀਧਰ ਪਾਤਸ਼ਾਹ ਜੀ ਨੇ ਮਸੰਦਾਂ ਨੂੰ ਸਾੜਿਆ ਸੀ, ਪਰ ਇਹਦਾ ਮਤਲਬ ਇਹ ਨਹੀਂ ਵੀ ਸਾਰੇ ਮਸੰਦ ਮਾੜੇ ਸਨ, ਕੁਝ ਚੰਗੇ ਵੀ ਸਨ ਜਿਨ੍ਹਾਂ ਦਾ ਕਿਰਦਾਰ ਚੰਗਾ ਸੀ, ਜੀਵਨ ਚੰਗਾ ਸੀ, ਗੁਰੂ ਨੂੰ ਸਮਰਪਿਤ ਸਨ ਤੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਚਿਆਰੇ ਕਹਿ ਕੇ ਵਡਿਆਇਆ ਸੀ। ਖੈਰ, ਉਹਨਾਂ ਸਮਿਆਂ ਵਿੱਚ ਗੁਰੂ ਘਰਾਂ ਦਾ ਪ੍ਰਬੰਧ
उस समय ਦੇ ਮਸਾਂਦੀਆਂ महंत ਜਿਹੜੇ ਸਨ ਪੁਜਾਰੀ ਸਨ ਉਹਨਾਂ ਕੋਲ ਆ ਗਏ ਸੀ ਪਰ ਉਹਨਾਂ ਦੇ ਵਿੱਚ ਇੱਕ ਘਾਟ ਸੀ ਇੱਕ ਕਮੀ ਸੀ ਕਮੀ ਇਹ ਸੀ ਵੀ ਉਹ ਕੁਝ ਕੁ ਸਨਾਤਨੀ ਮਤ ਦੀ ਰੰਗਤ ਵਿੱਚ ਰੰਗੇ ਹੋਏ ਸਨ ਉਹਨਾਂ ਨੂੰ ਪੂਰਨ ਤੌਰ ਤੇ ਗੁਰੂ ਘਰ ਦੀ ਮਰਿਆਦਾ ਦੀ ਜਾਣਕਾਰੀ ਨੌਲੇਜ ਨਾ ਹੋਣ ਕਾਰਨ ਗੁਰੂ ਘਰਾਂ ਦੇ ਵਿੱਚ ਜਿਹੜੀ ਹੈ ਕੁਝ ਹਿੰਦੂ ਮਤ ਦੀ ਸਨਾਤਨੀ ਮਤ ਦੀ ਵੀ ਜਿਹੜੀ ਹੈ ਉਹ ਵਿਚਾਰਧਾਰਾ ਜਿਹੜੀ ਹੈ ਉਹ ਚੱਲਣ ਲੱਗ ਪਈ ਇੱਥੋਂ ਤੱਕ ਕਿ ਇਹ ਲੋਕ ਜਦੋਂ ਕਾਬਜ਼ ਸਨ ਤੇ ਗੁਰੂ ਘਰਾਂ ਦੇ ਵਿੱਚ ਮੂਰਤੀਆਂ ਵੀ ਸਥਾਪਿਤ ਹੋਈਆਂ ਗੁਰੂ ਘਰਾਂ ਦੇ ਵਿੱਚ ਜਿਹੜੇ ਇਹ ਲੋਕ ਆਪਣੀ ਪੂਜਾ ਵੀ ਕਰਾਉਣ ਲੱਗ ਪਏ ਸਮਾਂ ਲੰਘਿਆ ਜਦੋਂ ਸਨ 1857 ਦੀ ਗੱਲ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਸਮੇਂ ਗੁਰਦੁਆਰਿਆਂ ਨੂੰ ਬਹੁਤ ਵੱਡੀਆਂ ਜ਼ਗੀਰਾਂ ਦਿੱਤੀਆਂ ਸਨ ਇੱਥੋਂ ਤੱਕ ਕਿ ਹਰਿਮੰਦਰ ਸਾਹਿਬ ਤੇ ਜਦੋਂ ਸੋਨੇ ਦੀ ਗੱਲ ਆਉਂਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਦੋਂ ਸੋਨਾ ਚੜਵਾਇਆ ਮੰਦਰਾਂ ਤੇ ਵੀ ਸੋਨਾ ਚੜਵਾਇਆ ਕਈ ਮਸੀਤਾਂ ਵੀ ਬਣਵਾਈਆਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜਕਾਲ ਦੇ ਸਮੇਂ ਮਨੁੱਖਤਾ ਦਾ ਬੜਾ ਭਲਾ ਕੀਤਾ ਹੈ ਉਹਨਾਂ ਸਮਿਆਂ ਦੇ ਦਰਮਿਆਨ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਗੁਰਦੁਆਰਿਆਂ ਨੂੰ ਵੱਡੀਆਂ ਜ਼ਗੀਰਾਂ ਦਿੱਤੀਆਂ ਤੇ ਉਹ ਹੁਣ ਜ਼ਗੀਰਾਂ ਇੰਨੀਆਂ ਸਨ ਧਨ ਦੌਲਤ ਵਾਧੂ ਸੀ ਤੇ ਜਿਹੜੇ ਪੁਜਾਰੀ ਲੋਕ ਸਨ ਹੁਣ ਉਹ ਜਿਹੜੇ ਹਨ ਉਸ ਧਨ ਦੀ ਉਸ ਦੌਲਤ ਦੀ ਵਰਤੋਂ ਗਲਤ ਤਰੀਕੇ ਨਾਲ ਲੱਗੇ ਕਰਨ ਇਧਰੋਂ ਜਿਹੜੀ ਅੰਗਰੇਜ਼ ਸਰਕਾਰ ਸੀ ਅੰਗਰੇਜ਼ ਸਰਕਾਰ ਦੀ ਇੱਕ ਨੀਤੀ ਸੀ ਵੀ ਸਿੱਖ ਕੌਮ ਕਦੀ ਵੀ ਆਪਣੇ ਗੁਰਦੁਆਰਿਆਂ ਤੇ ਕਾਬਜ਼ ਨਾ ਹੋ ਜਾਵੇ ਕਿਉਂਕਿ ਉਹਨਾਂ ਨੂੰ ਸੀ ਵੀ ਜੇ ਇਹਨਾਂ ਦੇ ਹੱਥ ਗੁਰਦੁਆਰਿਆਂ ਦਾ ਪ੍ਰਬੰਧ ਆਵੇਗਾ ਸਿਸਟਮ ਇਹ ਚਲਾਉਣਗੇ ਤਾਂ ਇਹ ਫਿਰ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਜ਼ਗੀਰਾਂ ਜਾਂ ਜਿਹੜੀ ਦੌਲਤ ਹੈ ਧਨ ਹੈ ਇਹਨਾਂ ਕੋਲ ਜਾਂ ਸੰਗਤ ਦਾ ਪੈਸਾ ਹੈ ਉਹਦੇ ਨਾਲ ਇੱਕ ਬਹੁਤ ਵੱਡੀ ਤਾਕਤ ਨਾ ਖੜੀ ਕਰ ਲੈਣ ਜਿਹੜੀ ਅੰਗਰੇਜ਼ ਸਰਕਾਰ ਵਾਸਤੇ ਬਹੁਤ ਵੱਡਾ ਖਤਰਾ ਹੋ ਸਕਦੀ ਹੈ ਕਿਉਂਕਿ ਸਾਰਾ ਦੇਸ਼ ਅੰਗਰੇਜ਼ ਦਾ ਗੁਲਾਮ ਹੋ ਗਿਆ ਸੀ ਪਰ ਇੱਕ ਪੰਜਾਬ ਸੀ ਜਿਹੜਾ ਸਭ ਤੋਂ ਬਾਅਦ ਵਿੱਚ ਉਹ ਵੀ ਕੁਝ ਕੁ ਲੋਕਾਂ ਦੀਆਂ ਗਦਾਰੀਆਂ ਦੇ ਕਾਰਨ ਗੁਲਾਮ ਹੋਇਆ ਸੀ ਤੇ ਅੰਗਰੇਜ਼ ਨਹੀਂ ਸਨ ਚਾਹੁੰਦੇ ਵੀ ਜਿਹੜੇ ਸਿੱਖ ਲੋਕ ਹਨ ਇਹ ਆਉਣ ਵਾਲੇ ਸਮੇਂ ਵਿੱਚ ਬਾਗੀ ਹੋਣ ਤੇ ਜਿਹੜੀ ਹੈ ਅੰਗਰੇਜ਼ ਹਕੂਮਤ ਵਾਸਤੇ ਇੱਕ ਬਹੁਤ ਵੱਡਾ ਖਤਰਾ ਬਣ ਕੇ ਸਾਹਮਣੇ ਆਉਣ ਤਾਂ ਉਹਨਾਂ ਨੇ ਉਸ ਸਮੇਂ ਜਿਹੜੇ ਪੁਜਾਰੀ ਲੋਕ ਸਨ ਮਹੰਤ ਮਸੰਦ ਲੋਕ ਸਨ ਉਹਨਾਂ ਨੂੰ ਸ਼ਹਿ ਦੇਣੀ ਸ਼ੁਰੂ ਕਰ ਦਿੱਤੀ ਹੁਣ ਸੁਭਾਵਿਕ ਗੱਲ ਸੀ ਜਿਸ ਸਮੇਂ ਪੁਜਾਰੀਆਂ ਨੂੰ ਸ਼ਹਿ ਮਿਲੀ ਸਰਕਾਰ ਦੀ ਅੰਗਰੇਜ਼ਾਂ ਦੀ ਤੇ ਉਧਰੋਂ ਉਹਨਾਂ ਕੋਲ ਧਨ ਦੌਲਤ ਵੀ ਬਹੁਤ ਸੀ ਤੇ ਉਸ ਸਮੇਂ ਫਿਰ ਉਹਨਾਂ ਨੇ ਉਸ ਧਨ ਦੌਲਤ ਦੀ ਗਲਤ ਵਰਤੋਂ ਕਰਕੇ ਤੇ ਉਹ ਸਰਕਾਰ ਦੀ ਸ਼ਹਿ ਉੱਤੇ ਗੁਰੂ ਘਰਾਂ ਵਿੱਚ ਆਪਣੀ ਮਨਮਾਨੀ ਕਰਨੀ ਸ਼ੁਰੂ ਕਰ ਦਿੱਤੀ ਗੁਰਮਤਿ ਮਰਿਆਦਾ ਤੋਂ ਉਲਟ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਤੇ ਸਮਾਂ ਐਸਾ ਆਇਆ ਕਿ ਗੁਰੂ ਘਰ ਦੇ ਵਿੱਚ ਜਿਹੜੀ ਹੈ ਇਹੋ ਜਿਹੀ ਸਥਿਤੀ ਪੈਦਾ ਹੋ ਗਈ ਵੀ ਜਿਹੜੀ ਸੰਗਤ ਸੀ ਉਹ ਸੰਗਤ ਆਉਂਦੀ ਤੇ ਉਸ ਸੰਗਤ ਦੇ ਨਾਲ ਵੀ ਜਿਹੜੀ ਹੈ ਬੇਅਦਬੀ ਹੁੰਦੀ ਤੇ ਉਹ ਪੱਤ ਨੂੰ ਰੋਲਿਆ ਜਾਂਦਾ ਇੱਥੋਂ ਤੱਕ ਕਿ ਹਰਮੰਦਰ ਸਾਹਿਬ ਵਰਗੇ ਪਵਿੱਤਰ ਅਸਥਾਨ ਤੇ ਤਰਨ ਤਾਰਨ ਸਾਹਿਬ ਵਿਖੇ ਪਵਿੱਤਰ ਸਥਾਨ ਤੇ ਨਨਕਾਣਾ ਸਾਹਿਬ ਵਰਗੇ ਪਵਿੱਤਰ ਸਥਾਨਾਂ ਤੇ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਉੱਥੇ ਗੁੰਡੇ ਸ਼ਰਾਬੀ ਕਬਾਬੀ ਅਤੇ ਹੋਰ ਇਹੋ ਜਿਹੇ ਲੋਕ ਜਮਾਤ ਇਕੱਠੀ ਹੋ ਗਈ ਜਿਹੜੇ ਰੱਜ ਕੇ ਗੁਰੂ ਘਰ ਦੀ ਮਰਿਆਦਾ ਨੂੰ ਢਾਹ ਲਾ ਰਹੇ ਸਨ ਇੱਥੋਂ ਤੱਕ ਕਿ ਜੇ ਕੋਈ ਨੀਵੀਂ ਜਾਤ ਦਾ ਅਗਰ ਅੰਮ੍ਰਿਤ ਛਕ ਕੇ ਸਿੰਘ ਸੱਜਦਾ ਸੀ ਕਿਸੇ ਦੂਜੇ ਧਰਮ ਵਿੱਚੋਂ ਆ ਕੇ ਉਹ ਸਿੰਘ ਛਕ ਕੇ ਸਿੰਘ ਅੰਮ੍ਰਿਤ ਛਕ ਕੇ ਸਿੰਘ ਸੱਜ ਕੇ ਤੇ ਗੁਰੂ ਘਰ ਦੇ ਵਿੱਚ ਗੁਰੂ ਦਰਬਾਰ ਵਿੱਚ ਜੇ ਅਰਦਾਸ ਕਰਵਾਉਣ ਵਾਸਤੇ ਆਉਂਦਾ ਸੀ ਤੇ ਮਹੰਤ ਪੁਜਾਰੀ ਉਹਦੀ ਅਰਦਾਸ ਨਹੀਂ ਸਨ ਕਰਦੇ ਹੁੰਦੇ ਸਨ 1919 ਵਿੱਚ ਜਦੋਂ ਜਲਿਆਂਵਾਲਾ ਬਾਗ ਵਿੱਚ ਜਦੋਂ ਉਸ ਸਮੇਂ ਦੇ ਅਫਸਰ ਨੇ ਗੋਲੀਆਂ ਚਲਵਾਈਆਂ ਤੇ ਗੋਲੀਆਂ ਚਲਾਉਣ ਤੋਂ ਬਾਅਦ ਜਦੋਂ ਇਹਨੇ ਸਿੱਖ ਉੱਥੇ ਸ਼ਹੀਦ ਹੋਏ ਤਾਂ ਉਸ ਦਾ ਵੀ ਬਹੁਤ ਵੱਡਾ ਰੋਸ ਜਿਹੜਾ ਹੈ ਸਿੱਖ ਕੌਮ ਦੇ ਵਿੱਚ ਕੀਤਾ ਗਿਆ ਪਰ ਉਹੀ ਜਿਹੜਾ ਅਫਸਰ ਹੈ ਜਿਹੜਾ ਗੋਲੀਆਂ ਚਲਾਉਂਦਾ ਹੈ ਨਿਹੱਥੇ ਲੋਕਾਂ ਦੇ ਉੱਤੇ ਉਹਨੂੰ ਹੀ ਫਿਰ ਉਸੇ ਹੀ ਦਰਬਾਰ ਸਾਹਿਬ ਵਿੱਚੋਂ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਇਹੋ ਜਿਹੇ ਲੋਕ ਉਸ ਸਮੇਂ ਕਾਬਜ਼ ਹੋ ਚੁੱਕੇ ਸਨ ਇਹਨਾਂ ਪਵਿੱਤਰ ਸਥਾਨਾਂ ਦੇ ਉੱਤੇ ਹੁਣ ਜਿਹੜੇ ਦਰਦ ਰੱਖਦੇ ਸਨ ਸਿੱਖ ਕੌਮ ਦਾ ਜਦੋਂ ਉਹਨਾਂ ਨੇ ਇਹੋ ਜਿਹੇ ਹਾਲਾਤ ਵੇਖੇ ਤਾਂ ਉਹਨਾਂ ਦੇ ਕੋਲੋਂ ਉਹ ਮਰਿਆਦਾ ਭੰਗ ਹੁੰਦਿਆਂ ਪਵਿੱਤਰਤਾ ਭੰਗ ਹੁੰਦਿਆਂ ਵੇਖੀ ਨਾ ਗਈ ਤਾਂ ਸਰਦਾਰ ਲਛਮਣ ਸਿੰਘ ਧਾਰੋਵਾਲ ਵਰਗੇ
सरदार तेजा सिंह वर्गे, सरदार करतार सिंह झब्बर वर्गे जदों इन्हां ने वेखिया भी स्थिति इन्नी माड़ी हो चुकी है तो उन्होंने मन विच विचार बनाई भी क्यों ना आपां कोई इहो जिहा प्रबंध करिए जिहदे नाल आपां इह हो रही जो बेअदबी है इहनूं रोकिया जा सके। तो उन्होंने सब तो पहला एक अकाली पत्रिका जिहड़ी है इहनूं अखबार कह लो जिहड़ी उस समय आरंभ की ते इहदे विच लेख छापने शुरू किए भी किस तरीके नाल गुरुद्वारियां विच काबज हुए ये पुजारी ये महंत लोग गुरु घर की मर्यादा नूं ढा लाउंदे ने, शराबां पींदे ने, उत्थे गलत कर्म करते ने। तां ओह अकाली अखबार दे विच जिहड़ा हर बार ये सुनेहा दिता जान लग्या ते लोग उन्होंने पढ़ के ते हौली हौली वो एक लहर का रूप जिहड़ा इनू गुरुद्वारा सुधार लहर भी कह सकते हो। उस तो बाद सिंह सभा लहर भी जिहड़ी है वो उठी। तो एक जिहड़ी है सिंह सभा लहर उठण दे नाल या गुरुद्वारा सुधार लहर उठण दे नाल उस समय की सरकार विच भी हलचल पैदा हो गई। लोग पिंडां दे विच इलाकिਆਂ दे विच जथे लागे बनाउण, हौली हौली ये जथे एक बहुत वड्डा एक लहर का रूप लै गए। भावें कि बाद दे विच दो जिहड़ियां होर बहुत वड्डियां संस्थावां बणियां, श्रोमणी गुरुद्वारा प्रबंधक कमेटी, हालांकि इहदा अज बिल्कुल प्रबंध विगड़ चुकिया है, आपां दे सामने है। पर उन्हां समयां दे विच एक जथेबंदी बनी सी जिंदा सब तो पहला प्रधान जिहड़ा सरदार सुंदर सिंह मजीठिया बनाया गया। हालांकि यह भी सरकार की बोली बोलता सी, बाद में इन्हें इस्तीफा दे के ते सरकार दे नाल ही रल गया सी। ये बाद में एक होर जिहड़ी है वो लहर जिहड़ी होंद विच आई जिन्हें श्रोमणी अकाली दल कहते हैं। श्रोमणी अकाली दल भी जिहड़ी है ये बाद में होंद विच आई। सरदार गुरमुख सिंह नूं इहदा मुखी थापिया गया ते ये लहरां जदों उठियां ते उस समय विच जथियां ने जिहड़ी है एक रणनीति तैयार की भी हौली हौली आपां प्रबंध जिहड़ा है किसी तरीके दे नाल वो लैणा है। तो सब तो पहला जदों कुछ को मजहबी लोकां दे विचों अमृत छका के ते दरबार साहिब विखे जदों उन्हां दी अरदास कराउण वास्ते सरदार बाबा हरकृष्ण सिंह वर्गे, सरदार तेजा सिंह वर्गे सूझवान जदों उन्हां दे नाल चल के आए तो पुजारियां ने अरदास करन तो ना कर दी। सरदार करतार सिंह झब्बर वर्गे उस समय हाथ दे विच हथियार फड़ के ते आप उन्होंने अरदास की, आप हुक्मनामा साहब लिया ते पुजारी उत्थों भजा दिते, पुजारी उत्थों दौड़ गए। अकाल तख्त साहब का प्रबंध लिया, हरमंदर साहब का प्रबंध लिया। फिर उस तो बाद अगला जिहड़ा प्रबंध लेना सी वो सी गुरुद्वारा साहब तरन ताਰਨ। धन गुरु अर्जन देव महाराज पातशाह जी का पवित्र वसाया हुआ स्थान सी ते इस अस्थान के उत्ते शराबां पीतियां जांदियां सन, अत दे भैड़े कुकर्म कीते जाते सन। तो उस प्रबंध नूं अपने अधीन करन वास्ते जदों जथा उत्थे गया ते उन्हां लोकां ने अगों गोलियां चलाईयां, निहत्थियां दे उत्ते वार कीते गए, कुटिया गया अते उत्थे भी जिहड़ियां शहादतां होईयां ते उन्हां शहादतां ने एक नवां रूप जिहड़ा है वो मनुखता दे सामने रखिया कि जिहड़े लोग उत्थे कुकर्म करते सन उन्हां दे कुकर्म नूं ठिल पाई गई ते उत्थों दा प्रबंध भी लिया गया। जदों ननकाना साहब की गल आई तो इत्थे एक महंत जिंदा नाम सी नरैण दास, नरैणू महंत भी कहते आपां। ये महंत जिहड़ा है ये असल दे विच दोगली नीति का मालक सी। ये सिखां दे नाल भी मीटिंग करदा सी, कहंदा सी भी मैं ये कुकर्म नहीं करने। हालांकि इस तो पहला भी जिहड़े महंत सन वो भी दो कुकर्म करके भैड़ी बीमारी दे नाल मरे सन। ये जिहड़ा महंत नरैण है ये सरकार की शह के अधीन रहिंदा होया ननकाने साहब दे विच ये बड़े भैड़े कुकर्म करता सी। एक घटना मैं साझी करांगा, आप जी नूं पता लग जाएगा। सिंधी परिवार जिहड़े ने वो गुरु घर दे नाल बड़ा प्यार करते हैं, बल्कि गुरु नानक साहब दे नाल ते उन्हां दा अथाह प्यार है। एक सिंधी जज सी जिन्हें सारी जिंदगी बड़ी ईमानदारी दे नाल नौकरी की। नौकरी करने तो बाद जिधर वो रिटायर होया तो उन्हें गुरु चरणों में अरदास की हुई सी भी मैं जिदन रिटायर होवांगा
ਉਹ ਅਗਲੇ ਦਿਨ ਮੈਂ ਨਨਕਾਣਾ ਸਾਹਿਬ ਰਾਤ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਬਤੀਤ ਕਰਾਂਗਾ, ਕਿਉਂਕਿ ਸਾਰੀ ਜ਼ਿੰਦਗੀ ਮੈਂ ਗੁਰੂ ਨਾਨਕ ਸਾਹਿਬ ਦੇ ਸੱਚ ਨੂੰ ਜੀਵਨ ਵਿੱਚ ਧਾਰਨ ਕਰਕੇ ਤੇ ਨੇਕੀ ਵਾਲਾ ਜੀਵਨ ਬਤੀਤ ਕੀਤਾ ਹੈ। ਤੇ ਮੈਂ ਇੱਕ ਰਾਤ ਇੱਕ ਦਿਨ ਗੁਰੂ ਨਾਨਕ ਸਾਹਿਬ ਦੇ ਉਸ ਪਵਿੱਤਰ ਸਥਾਨ ਤੇ ਬਤੀਤ ਕਰਾਂਗਾ। ਹੁਣ ਜਦੋਂ ਉਹ ਸਿੰਧੀ ਜੱਜ ਆਪਣੀ 13 ਸਾਲ ਦੀ ਬੱਚੀ ਨੂੰ ਲੈ ਕੇ, ਪਰਿਵਾਰ ਨੂੰ ਲੈ ਕੇ ਜਦੋਂ ਉੱਥੇ ਠਹਿਰਿਆ, ਤੇ ਉਹਨਾਂ ਪਾਪੀਆਂ ਨੇ ਨਰੈਣੂ ਮਹੰਤ ਦੀ ਜਿਹੜੀ ਭੈੜੀ ਕੁਕਰਮੀ ਬਿਰਤੀ ਸੀ, ਉਹਨਾਂ ਉਸ ਬੱਚੀ ਦੇ ਨਾਲ ਜਿਹੜਾ ਮਾੜਾ ਕੁਕਰਮ ਕੀਤਾ। ਤੇ ਉਹ ਬੱਚੀ ਆਪਣੇ ਬਾਪ ਨੂੰ ਜਾ ਕੇ ਕਹਿੰਦੀ ਏ ਵੀ ਚੱਲ ਆਪਾਂ ਘਰ ਚਲੀਏ, ਜੇ ਇਹ ਇਹੋ ਜਿਹਾ ਸਥਾਨ ਹੈ, ਇਹ ਇੱਥੇ ਰਹਿਣ ਵਾਲੇ ਇਹੋ ਜਿਹੇ ਲੋਕ ਨੇ, ਤੇ ਫਿਰ ਅਸੀਂ ਇੱਥੇ ਕੀ ਕਰਨਾ। ਮਾਨੋ ਉਹ 13 ਸਾਲ ਦੀ ਬੱਚੀ ਦੇ ਅੱਖਾਂ ਵਿੱਚ ਹੋ ਗਏ ਹੰਝੂ ਉਸ ਸਿੰਧੀ ਜੱਜ ਦੇ ਹਿਰਦੇ ਨੂੰ ਚੀਰ ਕੇ ਚਲੇ ਗਏ। ਕਹਿਣ ਲੱਗੇ ਉਹ ਸਿੰਧੀ ਜੱਜ ਉੱਥੋਂ ਚਲਾ ਗਿਆ, ਪਰ ਸਿੱਖਾਂ ਦੀ ਇੱਕ ਸਭਾ ਹੋ ਰਹੀ ਸੀ। ਉਸ ਸਭਾ ਦੇ ਵਿੱਚ ਜਾ ਕੇ ਉਹ ਸਿੰਧੀ ਜੱਜ ਨੇ ਆਖਿਆ ਵੀ ਸਿੱਖੋ, ਕਦੀ ਸਮਾਂ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਹੱਥ ਉਹਨਾਂ ਸਿੱਖਾਂ ਤੇ ਹੁੰਦਾ ਸੀ, ਜੇ ਕਿਸੇ ਦੀ ਧੀ ਬੱਚੀ ਦੀ ਪੱਤ ਵੱਲ ਕੋ ਹੱਥ ਵੀ ਕਰਦਾ ਸੀ ਤੇ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਦੀ ਇਹ ਬਰਦਾਸ਼ਤ ਨਹੀਂ ਸਨ ਕਰਦੇ, ਜਾਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਇਹ ਬਰਦਾਸ਼ਤ ਨਹੀਂ ਸੀ ਕਰਦਾ। ਪਰ ਅੱਜ ਉਹ ਤੁਹਾਡੇ ਪਵਿੱਤਰ ਨਨਕਾਣੇ ਦੀ ਧਰਤੀ ਦੇ ਉੱਤੇ ਕਹਿਣ ਲੱਗੇ ਮੇਰੀ ਧੀ ਦੇ ਨਾਲ ਕਹਿਣ ਲੱਗੇ ਦੀ ਪੱਤ ਲੁੱਟੀ ਗਈ, ਤੇ ਤੁਸੀਂ ਬਿਲਕੁਲ ਹੀ ਕਹਿਣ ਲੱਗੇ ਮਰ ਗਏ ਤੇ ਸੌਂ ਗਏ ਹੋ। ਬਸ ਇਸ ਗੱਲ ਨੇ ਉਸ ਸਮੇਂ ਦੇ ਆਗੂਆਂ ਦੇ ਹਿਰਦੇ ਨੂੰ ਉਲੰਦਰ ਕੇ ਰੱਖਿਆ। ਤੇ ਉਸ ਸਮੇਂ ਫਿਰ ਜਿਹੜੇ ਸਮੇਂ ਦੇ ਆਗੂ ਸਨ, ਉਹਨਾਂ ਨੇ ਇੱਕ ਜਿਹੜੇ ਮਨ ਵਿੱਚ ਵਿਚਾਰ ਬਣਾਈ ਵੀ ਇਸ ਮਹੰਤ ਨਰੈਣੂ ਨੂੰ ਕਿਸੇ ਤਰੀਕੇ ਨਾਲ ਆਪਾਂ ਇਸ ਨਨਕਾਣੇ ਪਵਿੱਤਰ ਧਰਤੀ ਤੋਂ ਕੱਢਣਾ ਹੈ, ਤੇ ਉਹਦਾ ਜਿਹੜਾ ਪ੍ਰਬੰਧ ਹੈ ਉਹ ਆਪਣੇ ਹੇਠ ਲੈਣਾ। ਹੁਣ ਸਮੇਂ ਦੇ ਅਨੁਸਾਰ ਸਿੰਘਾਂ ਨੇ ਮੀਟਿੰਗਾਂ ਕੀਤੀਆਂ ਤੇ ਇੱਕ ਦਿਨ ਨਿਸ਼ਚਿਤ ਕਰ ਲਿਆ ਵੀ ਆਪਾਂ ਹੁਣ 19 ਤਰੀਕ ਵਾਲਾ ਦਿਨ ਨਿਸ਼ਚਿਤ ਕੀਤਾ ਸੀ, ਤੇ 19 ਤਰੀਕ ਨੂੰ ਮਹੰਤ ਨੇ ਲਾਹੌਰ ਦੇ ਵਿੱਚ ਜੋ ਕਿ ਸਨਾਤਨ ਸਿੱਖ ਕਾਨਫਰੰਸ ਦੇ ਵਿੱਚ ਜਾਣਾ ਹੈ। ਹੁਣ ਉਹਨੂੰ ਇਸ ਗੱਲ ਦਾ ਨਹੀਂ ਪਤਾ ਵੀ ਸਿੱਖਾਂ ਨੇ ਆ ਕੇ ਕਹਿਣ ਲੱਗੇ ਇੱਥੇ ਮਗਰੋਂ ਕਬਜ਼ਾ ਲੈਣਾ ਹੈ, ਭਾਵ ਉਹਨਾਂ ਨੇ ਇਹ ਸੇਵਾ ਸੰਭਾਲ ਜਿਹੜੀ ਇਹ ਲੈ ਲੈਣੀ ਹੈ। ਉਹਨੂੰ ਇਸ ਗੱਲ ਦੀ ਖਬਰ ਵੀ ਨਹੀਂ ਸੀ, ਪਰ ਇਧਰੋਂ ਸਿੰਘਾਂ ਨੇ ਪੂਰਾ ਮਨ ਦੇ ਵਿੱਚ ਵਿਚਾਰ ਬਣਾਈ ਸੀ ਵੀ ਉਹ ਜਾਵੇਗਾ ਤੇ ਆਪਾਂ ਮਗਰੋਂ ਪ੍ਰਬੰਧ ਲੈ ਲਵਾਂਗੇ। ਕਿਉਂਕਿ ਮਹੰਤ ਨਰੈਣੂ ਨੇ ਉਸ ਸਮੇਂ ਪਠਾਨਾਂ ਨੂੰ ਅਤੇ ਹੋਰ ਗੁੰਡਿਆਂ ਨੂੰ ਉੱਥੇ ਭਰਤੀ ਕੀਤਾ ਸੀ, ਜਿਹੜਾ ਉਸ ਸਮੇਂ ਟਕਵੇ ਲੈ ਕੇ, ਗੰਡਾਸੇ ਲੈ ਕੇ, ਬਰੂਦ ਗੋਲੀਆਂ ਲੈ ਕੇ, ਤੇ ਉਸ ਸਮੇਂ ਤੇਲ ਦੇ ਪੀਪੇ ਅੰਦਰ ਰੱਖ ਕੇ, ਤੇ ਉਹਨਾਂ ਮਨ ਵਿੱਚ ਵਿਚਾਰ ਬਣਾਈ ਸੀ ਵੀ ਜੇ ਕੋਈ ਵੀ ਕਹਿਣ ਲੱਗੇ ਆਵੇ ਤੇ ਆਪਾਂ ਕਹਿਣ ਲੱਗੇ ਕੋਈ ਕਿਰਪਾਨ ਵਾਲਾ ਕੋਈ ਦਿਸ ਜਾਵੇ ਸਾਨੂੰ, ਕੋਈ ਬਾਣੇ ਵਾਲਾ ਦਿਸ ਜਾਵੇ ਸਾਨੂੰ, ਅਸੀਂ ਉਹਨੂੰ ਛੱਡਣਾ ਨਹੀਂ। ਪੂਰੀ ਮਨ ਵਿੱਚ ਵਿਚਾਰ ਬਣਾਈ ਹੋਈ ਸੀ ਉਹਨਾਂ, ਤੇ ਇਹ ਪੂਰੀ ਦੀ ਪੂਰੀ ਸਰਕਾਰ ਦੀ ਸ਼ੈ ਉੱਤੇ ਹੋ ਰਿਹਾ ਸੀ। ਹੁਣ ਜਦੋਂ ਸਿੰਘਾਂ ਨੇ ਇਹ ਵਿਚਾਰ ਬਣਾ ਲਈ ਵੀ ਆਪਾਂ ਵੱਖ-ਵੱਖ ਜਥਿਆਂ ਦੇ ਰੂਪ ਵਿੱਚ ਜਾਣਾ ਹੈ, ਪਰ ਇਸ ਗੱਲ ਦਾ ਪਤਾ ਜਿਹੜਾ ਮਹੰਤ ਨਰੈਣੂ ਲੱਗ ਗਿਆ। ਜਦੋਂ ਸਟੇਸ਼ਨ ਤੇ ਗਿਆ ਤਕਰੀਬਨ 3:40-45 ਮਿੰਟ ਤੇ ਉਹਦੀ ਟ੍ਰੇਨ ਸੀ, ਤੇ ਬਹਿਣਾ ਸੀ। ਕਿਸੇ ਨੇ ਕਹਿ ਦਿੱਤਾ ਵੀ ਤੂੰ ਤੇ ਆਪ ਲਾਹੌਰ ਚੱਲਿਆ, ਤੇ ਮਗਰੋਂ ਕਹਿਣ ਲੱਗੇ ਨੀਲੀਆਂ ਪੱਗਾਂ ਵਾਲੇ ਆ ਗਏ ਨੇ ਨਨਕਾਣਾ ਸਾਹਿਬ ਨੂੰ, ਕਹਿਣ ਲੱਗੇ ਪ੍ਰਬੰਧ ਨੂੰ ਆਪਣੇ ਹੱਥ ਲੈਣ, ਤੈਨੂੰ ਪਤਾ ਨਹੀਂ। ਉਸੇ ਵੇਲੇ ਉਹ ਨਰੈਣੂ ਮਹੰਤ ਨੇ ਕਾਨਫਰੰਸ ਵਾਲੀ ਪਲੈਨਿੰਗ ਕੈਂਸਲ ਕਰਕੇ ਤੇ ਮੁੜ ਵਾਪਸ ਨਨਕਾਣੇ ਨੂੰ ਆ ਕੇ ਤੇ ਲੁਕ ਕੇ ਬੈਠ ਗਿਆ। ਉਹਨਾਂ ਗੁੰਡਿਆਂ ਨੂੰ ਜਿਹੜੇ ਪਠਾਨ ਉਹਨੇ ਬਿਠਾਏ ਸਨ ਉਹਨਾਂ ਨੂੰ ਸ਼ਹਿ ਦਿੱਤੀ ਸੀ, ਤੇ ਨਾਲ ਇਹ ਆਖਿਆ ਸੀ ਵੀ ਜੇ ਇਹ ਅੰਦਰ ਵੜਨ ਤੇ ਇਹਨਾਂ ਨੂੰ ਖਤਮ ਕਰ ਦੇਣਾ। ਹੁਣ ਜਦੋਂ ਮਹੰਤ ਨਰੈਣੂ ਨੇ ਇਹ ਐਲਾਨ ਕਰ ਦਿੱਤਾ, ਉਧਰੋਂ ਸਰਦਾਰ ਲਛਮਣ ਸਿੰਘ ਧਾਰੂਵਾਲ ਜਿਹੜੇ ਕਿ ਆਪਣਾ ਜਥਾ ਲੈ ਕੇ ਤੇ ਵੱਖ-ਵੱਖ ਇਲਾਕਿਆਂ ਤੋਂ ਹੁੰਦਿਆਂ ਹੋਇਆ ਉਹਨਾਂ ਨੇ ਉੱਥੇ ਪਹੁੰਚਣਾ ਸੀ। ਸਰਦਾਰ ਲਛਮਣ ਸਿੰਘ ਧਾਰੂਵਾਲ ਨੂੰ ਰੋਕਣ ਵਾਸਤੇ ਉਸ ਸਮੇਂ ਦੇ ਜਿਹੜੇ ਆਗੂ ਨੇ, ਸਰਦਾਰ ਤੇਜਾ ਸਿੰਘ ਹਰੀ, ਸਰਦਾਰ ਦਲੀਪ ਸਿੰਘ ਹਰੀ, ਸਰਦਾਰ ਵਰਿਆਮ ਸਿੰਘ ਹੋਰੀ, ਇਹਨਾਂ ਨੂੰ ਜਦੋਂ ਪਤਾ ਲੱਗਿਆ ਮਹੰਤ ਨਰੈਣੂ ਦੀ ਚਾਲ ਦਾ ਵੀ ਉਹਨੇ ਇਸ ਤਰੀਕੇ ਦੇ ਨਾਲ ਮਨਸ਼ਾ ਬਣਾ ਕੇ ਤੇ ਸਿੰਘਾਂ ਨੂੰ ਸ਼ਹੀਦ ਕਰਨ ਦਾ ਮਨ ਬਣਾਇਆ, ਤੇ ਉਹਨੇ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਇਹਨਾਂ ਨੂੰ ਰੋਕਾਂ। ਕੁਝ ਜਥੇ ਤਾਂ ਉਹਨੇ ਰੋਕ ਵੀ ਲਏ, ਪਰ ਸਰਦਾਰ ਲਛਮਣ ਸਿੰਘ ਧਾਰੂਵਾਲ ਉਹਦਾ ਜਥਾ ਨਹੀਂ ਮਿਲਿਆ। ਭਾਵੇਂ ਕਿ ਰਾਤ ਭਰ ਲੱਭਦੇ ਰਹੇ, ਪਰ ਜਦੋਂ ਨਹੀਂ ਲੱਭਿਆ ਤੇ ਉਹ ਵਾਪਸ ਚਲੇ ਗਏ। ਤੇ ਇਧਰੋਂ ਸਰਦਾਰ ਲਛਮਣ ਸਿੰਘ ਦੇ ਸਵੇਰ ਹੁੰਦਿਆਂ ਹੀ ਅੰਦਰ ਜਾ ਕੇ ਆਪ ਤਾਬਿਆ ਬੈਠ ਕੇ, ਤੇ ਇਧਰੋਂ ਸੰਗਤਾਂ ਨੇ ਥੱਲੇ ਬੈਠ ਕੇ ਗੁਰਬਾਣੀ ਦਾ ਸ਼ਬਦ ਕੀਰਤਨ ਆਸਾ ਕੀ ਵਾਰ ਦਾ ਸ਼ੁਰੂ ਕਰ ਦਿੱਤਾ।
महंत जिहड़ा ये मन में विचार पहले ही बना के बैठा सी भी जदों ही इन्होंने आके बैठना। हालांकि सरदार लक्ष्मण सिंह धारूवाल ने पहला ही अरदासा सोधिया सी ते ये आख्या सी भी आपां बड़ी शांतमई ढंग दे नाल जिहड़ा है कह लगे प्रबंध लैना है। असीं इस पवित्र स्थान दे उत्ते कोई भी किसी भी प्रकार का कह लगे किसी ते हमला नहीं करना। पर तुरन लग्गिया अरदास कीती ते गुरु पातशाह जी का मुख वाक लिया सी ते उदों बाणी का जिहड़ा बचन आया, तन मन काट काट सब अरपी विच अग्नि आप जलाई। धन गुरु रामदास महाराज पातशाह जी का बचन पढ़ के सरदार लक्ष्मण सिंह धारूवाल ने आख्या कि अज जे मैनू अपना तन मन कट के कह लगे अर्पण भी करना पवे पर मैं गुरु घर की मर्यादा नूं बहाल करके हटांगा। सरदार लक्ष्मण सिंह धारूवाल गुरु पातशाह जी की असीस लैके जथे दे नाल गए सन ते उत्थे जाके उन्होंने बड़े शांतमई ढंग दे नाल जिहड़ा है उत्थे गुरबाणी शब्द कीर्तन आरंभ कीता सी। इत्थे एक होर भी बड़ी विचारन वाली गल है कि एक 11 साल का बच्चा सरदार केर सिंह का बच्चा 11 साल का नाम है दरबारा सिंह। हुण दरबारा सिंह की बचपन में माँ चढ़ाई कर गई तो दादी ने पालिया सी ते जदों अज सरदार केर सिंह चलिया सी ना जथे में शामिल होने वास्ते भी असी अज जे शहीदियां का जाम भी पीना पिया तो असी शहादत का जाम भी पी जावांगे। ते जदों सरदार केर सिंह घरों तुरन लग्या तो 11 साल का बच्चा कहता है भी दादी अज मेरा बापू कित्थे चले है। तो उन्हें आख्या पुत्र ननकाना साहिब विखे शहीद होने चले। यही बचन आखे तो 11 साल का बच्चा दरबारा साहिब कहन लगा माँ तू अज तक मैनू बाबा फतेह सिंह, बाबा अजीत सिंह जुझार सिंह, बाबा जोरावर सिंह दीयां गाथावां ते सुणाउंदी रही है किन्नियां निक्कियां उमरां विच उन्होंने शहादत दे जाम पीले सन। मां अज मैनू भी जान दे मैं भी शहादत दा जाम पीना है। तो जिस घर दे विचों इहो जी गुड़ती मिली होवे सरदार दरबारा सिंह ने जिद कीती ते अपने बापू सरदार केर सिंह दे नाल जथे विच शामिल हो गया। हालांकि इस जथे दे विच सरदार लक्ष्मण सिंह धारूवाल की घरवाली बीबी इंद्रजीत कौर भी सी, पर बीबी इंद्रजीत कौर नूं पहला ही जथे ने ननकाना साहब तो कुछ मील दूरी ते पहले ही रोक के ते 18 रुपये जथे ने दिते ते नाल ये आख्या सी भी जे साडियां शहादतां हुंदियां ने ते तुसीं आ पैसे लवो, ये जथे वालों इकट्ठे कीते गए ने, इहदे नाल तुसीं कह लगे साडे श्री अखंड पाठ साहिब करवा देने। वेखो उन्हां नूं पहलां ही शायद इस गल का एहसास हो गया सी भी अज जे गुरु का हुक्म आया तन मन काट काट सब अरपी विच अग्नि आप जलाई, जे अपना आपा भी कुर्बान करना पिया ते असीं करन तो पिछे नहीं हटांगे। हुण सरदार लक्ष्मण सिंह धारूवाल ਅਤੇ होर गुरु के प्यारे जदों गुरु चरणों में बैठे हुए ने ते महंत दे पापी गुंडिया ने उस समय गोलियां चलाउणियां शुरू कर दित्तियां। अज भी अकाल तख्त साहिब विखे वो बीड़ साहिब पई है जिहदे विच गोलियां वजियां सन श्री ननकाना साहिब विखे। अज भी वो बीड़ जदों भाई लक्ष्मण सिंह धारूवाल ताबिया बैठे हुए ने चौर साहिब कर रहे ने तो उस जालम बिरती दे मनुख महंत नरैणू ने गोलियां चलवाइयां। अत दा उत्थे तांडव मन होया ते जेड़े सिंह सन वो शहादत दे जाम पीन लग पे। कह लगे जिथे पैर सुचे करीदे ने वार आपां करके जदों अंदर गुरु घर चाहुंदे आ तां वो तकरीबन जेड़ा भी 14 इंच डूंगा 16 इंच चौड़ा बच्चा बनया होया सी ते वो बिल्कुल सारा खून दे नाल भर गया सी, खून नाल भरिया होया सारे दा सारा बाहर जिहड़ा वेड़ा वो खून दे नाल भरिया होया लथपथ होया पिया। इस दृश्य नूं वेख के मनुख जिहड़ा है बड़ा ही कह लगे द्रव जाता है, हिरदा जिहड़ा उहदा कह लगे सीज जाता है। एक इहो जिहा भयानक दृश्य जिहड़ा वेखण नूं सामने आया। हुण जदों सरदार लक्ष्मण सिंह धारूवाल कह लगे जिउंदे नूं जंड दे नाल माफ करना अज साडे बच्चिआं नूं इह ते पता भी मिर्जे नूं जंड दे नाल बन के मारिया सी, पर अज दे बच्चिआं नूं इह नहीं पता भी सरदार लक्ष्मण सिंह धारूवाल वर्गे जेड़े कह लगे रहत मर्यादा नूं बहाल करन वास्ते गुरु ग्रंथ साहिब दी कह लगे आन ते बाण शान वास्ते अपना आपा कुर्बान कर गए। उस लक्ष्मण सिंह धारूवाल नूं भी जंड दे नाल बन के साड़िया गया सी। इस तरह तेल उत्ते पा के कैरोसीन दा ते उन्हां नूं साड़िया ते ओ शहीदी दा जाम पी गए। कह लगे जदों सारियां शहादतां हो गईयां उस समय लकड़ की अलमारी सी पिछे जिथे सरदार दरबारा सिंह जिहड़ा 11 साल की उम्र का बच्चा है वो अलमारी दे विच पिछे बंद सी। कहते अज भी वो अलमारी उत्थे पई हुई है, उहदे विच गोलियां वजियां हुई ने, अज भी वो सांभ के रखी हुई है।
ਹੁਣ ਉਸ ਅਲਮਾਰੀ ਦੇ ਵਿੱਚ 11 ਸਾਲ ਦਾ ਬੱਚਾ, ਉਹਨੂੰ ਇਸ ਕਰਕੇ ਬੰਦ ਕਰ ਦਿੱਤਾ ਸੀ ਵੀ ਸ਼ਾਇਦ ਸਾਰਿਆਂ ਨੇ ਸ਼ਹੀਦੀ ਦਾ ਜਾਮ ਪੀ ਜਾਣਾ, ਬੱਚਾ ਬਚ ਜਾਵੇ। ਪਰ ਕਹਿਣ ਲੱਗੇ ਉਹ ਬੱਚੇ ਦੀ ਆਵਾਜ਼ ਆ ਰਹੀ ਸੀ, ਪਰ ਕੁਝ ਸਮੇਂ ਵਾਸਤੇ ਕਹਿਣ ਲੱਗੇ ਉਹ ਲੋਕ ਡਰ ਗਏ, ਜਿਹੜੇ ਮਹੰਤ ਨਰੈਣੂ ਦੇ ਜਿਹੜੇ ਅੱਗੇ ਗੁੰਡੇ ਸਨ ਉਹ ਡਰ ਗਏ ਵੀ ਸ਼ਾਇਦ ਕਿਸੇ ਬਲਾਂ ਦੀ ਆਵਾਜ਼ ਨਹੀਂ ਆ ਰਹੀ ਸੀ। ਉਹਨਾਂ ਆਖਿਆ ਵੀ ਅੰਦਰੋਂ ਆਵਾਜ਼ ਆ ਰਹੀ ਏ, ਸ਼ਾਇਦ ਹੋ ਸਕਦਾ ਕਿਸੇ ਬਲਾਂ ਦੀ। ਤੇ ਅੱਗੋਂ ਮਹੰਤ ਨਰੈਣੂ ਕਹਿੰਦਾ ਅਸੀਂ ਲਛਮਣ ਸਿੰਘ ਵਰਗੀਆਂ ਬਲਾਵਾਂ ਨਹੀਂ ਛੱਡੀਆਂ, ਤੇ ਇਹ ਕੀ ਚੀਜ਼ ਹੈ। ਹੁਣ ਉਹਨਾਂ ਉਹ ਦਰਵਾਜ਼ਾ ਖੋਲ੍ਹ ਕੇ ਅਲਮਾਰੀ ਵਿੱਚੋਂ 11 ਸਾਲ ਦੇ ਬੱਚੇ ਨੂੰ ਬਾਹਰ ਕੱਢਿਆ, ਤੇ ਉਹ 11 ਸਾਲ ਦਾ ਬੱਚਾ ਦਰਬਾਰਾ ਸਿੰਘ ਕਹਿ ਰਿਹਾ ਮੈਂ ਵੀ ਸ਼ਹਾਦਤ ਦਾ ਜਾਮ ਪੀਣਾ। ਜਦੋਂ 11 ਸਾਲ ਦਾ ਬੱਚਾ ਸਰਦਾਰ ਦਰਬਾਰਾ ਸਿੰਘ ਇਹ ਗੱਲ ਕਹਿੰਦਾ, ਕਹਿਣ ਲੱਗੇ ਉਸ ਸਮੇਂ ਫੜ ਕੇ ਉਹਦੇ ਸਰੀਰ ਦੇ 2 ਟੋਟੇ 2 ਫਾੜ ਕਰਕੇ ਤੇ ਉਹਨੂੰ ਬਲਦੀ ਹੋਈ ਅੱਗ ਦੇ ਵਿੱਚ ਸੁੱਟ ਦਿੱਤਾ। ਇਸ ਤਰੀਕੇ ਦੇ ਨਾਲ ਜਿਹੜੀ ਹੈ ਸ਼ਹਾਦਤਾਂ ਦੇ ਜਾਮ ਪੀਤੇ। ਸਭ ਤੋਂ ਛੋਟੀ ਉਮਰ ਦਾ ਸਰਦਾਰ ਦਰਬਾਰਾ ਸਿੰਘ ਜਿਹਨੇ ਸ਼ਹਾਦਤ ਦਾ ਜਾਮ ਪੀਤਾ ਸੀ ਇਹ ਸਾਕੇ ਨਨਕਾਣੇ ਵਿੱਚ। ਅੱਜ ਇਸ ਘਟਨਾ ਨੂੰ ਪੂਰੇ 100 ਸਾਲ ਹੋ ਗਏ ਨੇ। ਸਨ 1921 ਨੂੰ ਇਹ ਸਾਕਾ ਵਰਤਿਆ ਸੀ, ਹੁਣ 2021 ਹੈ। ਪੂਰੇ 100 ਸਾਲ ਸ਼ਤਾਬਦੀ ਹੋ ਗਈ ਹੈ। ਪਰ ਯਾਦ ਰੱਖਣਾ ਅੱਜ ਵੀ ਸਾਡੇ ਗੁਰੂ ਘਰਾਂ ਦੇ ਵਿੱਚ ਬਹੁਤ ਸਾਰਾ ਗੁਰਮਤ ਮਰਿਆਦਾ ਤੋਂ ਉਲਟ ਕਾਰਜ ਹੁੰਦਾ ਹੈ। ਅੱਜ ਵੀ ਸਾਨੂੰ ਲੋੜ ਹੈ ਕਿ ਅਸੀਂ ਗੁਰਮਤ ਦੇ ਉੱਤੇ ਪੂਰਾ ਪਹਿਰਾ ਦਈਏ, ਕੋਸ਼ਿਸ਼ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਆਪਣਾ ਜੀਵਨ ਬਣਾਈਏ, ਤਾਂ ਜੋ ਜਿਹੜੇ ਕੁਝ ਕੁ ਲੋਕ, ਕਿਉਂਕਿ ਹਰ ਇੱਕ ਸੰਸਥਾ ਹਰ ਇੱਕ ਪ੍ਰਬੰਧ ਵਿੱਚ ਕਿਤੇ ਨਾ ਕਿਤੇ ਕੋਈ ਕਮੀਆਂ ਵੀ ਆਉਂਦੀਆਂ ਨੇ, ਖੂਬੀਆਂ ਵੀ ਹੁੰਦੀਆਂ ਨੇ। ਉਹਨਾਂ ਖੂਬੀਆਂ ਨੂੰ ਪਛਾਣ ਕੇ ਤੇ ਉਹਨਾਂ ਕਮੀਆਂ ਨੂੰ ਆਪਾਂ ਦੂਰ ਕਰਨ ਦਾ ਯਤਨ ਕਰੀਏ, ਕੋਸ਼ਿਸ਼ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਲਈਏ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅੱਗੇ ਅਰਦਾਸ ਕਰੀਏ, ਗੁਰੂ ਪਾਤਸ਼ਾਹ ਜੀ ਤੋਂ ਅਗਵਾਈ ਲੈ ਕੇ ਆਪਣੇ ਜੀਵਨ ਨੂੰ ਸਵਾਰੀਏ, ਆਪਣੇ ਪ੍ਰਬੰਧ ਨੂੰ ਸਵਾਰੀਏ, ਤਾਂ ਜੋ ਸਾਡੇ ਸਾਰਿਆਂ ਦਾ ਜੀਵਨ ਸਫਲਾ ਹੋ ਸਕੇ। ਉਹਨਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ, ਉਹਨਾਂ ਦੀਆਂ ਸ਼ਹਾਦਤਾਂ ਨੂੰ ਅਸੀਂ ਐਵੇਂ ਨਾ ਵਹਾਈਏ, ਬਲਕਿ ਉਹਨਾਂ ਦੀਆਂ ਕੀਤੀਆਂ ਹੋਈਆਂ ਸ਼ਹਾਦਤਾਂ ਨੂੰ ਅਸੀਂ ਲੇਖੇ ਵਿੱਚ ਲਾਈਏ, ਆਪਣਾ ਵੀ ਜੀਵਨ ਸਵਾਰੀਏ, ਆਪਣਾ ਵੀ ਜੀਵਨ ਮਹਾਨ ਬਣਾਈਏ। ਜੇ ਕਿਤੇ ਅੱਜ ਸਾਡੇ ਉੱਤੇ ਮਾਫ ਕਰਨਾ, ਅੱਜ ਸਾਨੂੰ ਬਾਹਰੋਂ ਕਿਸੇ ਤੋਂ ਖਤਰਾ ਨਹੀਂ। ਅਸੀਂ ਆਖੇ ਵੀ ਕੋਈ ਬਾਹਰ ਔਰੰਗਜ਼ੇਬ ਹੋਵੇਗਾ, ਸ਼ਾਇਦ ਕੋਈ ਬਾਹਰ ਦੁਨੀ ਚੰਦ ਵਰਗਾ ਹੋਵੇਗਾ, ਜਾਂ ਸ਼ਾਇਦ ਹੋਰ ਕੋਈ ਬਾਹਰੋਂ ਕੋਈ ਐਸਾ ਮਨੁੱਖ ਹੋਵੇਗਾ ਜਿਹਦੇ ਤੋਂ ਸਾਨੂੰ ਖਤਰਾ ਨਹੀਂ। ਪਿਆਰਿਓ, ਅੱਜ ਸਾਡੇ ਆਪਣੇ ਘਰ ਦੀ ਗੱਲ ਹੈ, ਤੇ ਆਪਣੇ ਘਰ ਦੀ ਗੱਲ ਨੂੰ ਆਪਣੇ ਘਰ ਵਿੱਚ ਬੈਠ ਕੇ ਆਪਾਂ ਜਿਹੜੇ ਸੁਲਝਾ ਸਕਦੇ ਹਾਂ, ਘਰ ਦੀਆਂ ਗੱਲਾਂ ਨੂੰ ਘਰ ਦੇ ਵਿੱਚ ਬੈਠ ਕੇ ਆਪਾਂ ਜੇ ਉਹਨਾਂ ਨੂੰ ਸਹੀ ਤਰੀਕੇ ਨਾਲ ਆਪਾਂ ਸਮਝ ਲਈਏ, ਤੇ ਮੈਂ ਕਹਿੰਦਾ ਇਸ ਤੋਂ ਚੰਗੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਨ ਦੁਨੀ ਦੇ ਪਾਤਸ਼ਾਹ ਨੇ, ਆਪਾਂ ਉਹਨਾਂ ਤੋਂ ਅਗਵਾਈ ਲਈਏ, ਗੁਰੂ ਤੋਂ ਪੁੱਛੀਏ ਪਾਤਸ਼ਾਹ ਜੇ 100 ਸਾਲ ਪਹਿਲਾਂ ਜੇ ਕੁਝ ਜੇ ਲੋਕ ਪ੍ਰਬੰਧ ਨੂੰ ਵਿਗਾੜ ਰਹੇ ਸਨ, ਤਾਂ ਕੁਝ ਲੋਕ ਚੰਗੇ ਵੀ ਸਨ ਜਿਹੜੇ ਪ੍ਰਬੰਧ ਨੂੰ ਸੁਧਾਰਨ ਵਾਸਤੇ ਕਹਿ ਲਗੇ ਬੜਾ ਯੋਗ ਯਤਨ ਕਰਦੇ ਸਨ। ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਰੱਬੀ ਬਾਣੀ ਅੰਦਰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹੀ ਸੁਨੇਹਾ ਦਿੱਤਾ ਹੈ, ਏਕ ਪਿਤਾ ਏਕਸ ਕੇ ਹਮ ਬਾਰਿਕ। ਜਦੋਂ ਆਪਾਂ ਇਸ ਵਿਚਾਰਧਾਰਾ ਨੂੰ ਲੈ ਕੇ ਚੱਲਾਂਗੇ, ਪਤਾ ਲੱਗੇਗਾ ਵੀ ਇਸ ਸੰਸਾਰ ਦੇ ਅੰਦਰ ਸਾਰੇ ਅਸੀਂ ਉਸ ਮਾਲਕ ਦੇ ਬੱਚੇ ਹਾਂ। ਮਾਲਕ ਸਾਡਾ ਪਿਤਾ ਹੈ, ਤੇ ਉਹਦੀ ਮਾਲਕ ਦੀ ਆਪਾਂ ਬੰਦਗੀ ਕਰਨ ਵਾਸਤੇ ਸੰਸਾਰ ਵਿੱਚ ਆਏ ਹਾਂ। ਗੁਰੂ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ। ਬੜੇ ਪਿਆਰੇ ਕਵੀ ਨੇ ਇਹ ਬੋਲ ਲਿਖੇ ਨੇ, ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਕਹਿ ਲਗੇ ਜਦੋਂ ਕਿਸੇ ਸ਼ਹੀਦ ਦਾ ਖੂਨ ਡੁੱਲਦਾ ਹੈ, ਕਹਿ ਲਗੇ ਤਕਦੀਰ ਬਦਲਦੀ ਕੌਮਾਂ ਦੀ, ਉਦੋਂ ਬੜੀਆਂ ਹੀ ਕੌਮਾਂ ਦੀ ਤਕਦੀਰ ਬਦਲ ਜਾਂਦੀ ਹੈ ਜਦੋਂ ਕੋਈ ਸ਼ਹਾਦਤ ਦਾ ਜਾਮ ਪੀਂਦਾ ਹੈ। ਸੋ ਅੱਜ ਲੋੜ ਹੈ ਗੁਰੂ ਦੀ ਅਗਵਾਈ ਵਿੱਚ ਆਪਣੇ ਜੀਵਨ ਨੂੰ ਸਵਾਰਨ ਦੀ। ਵਿਚਾਰਾਂ ਕਰਦੇ ਹਾਂ, ਕਿਸੇ ਦੀ ਆਨ ਸ਼ਾਨ ਦੇ ਖਿਲਾਫ ਕੋਈ ਲਫ਼ਜ਼ ਬੋਲਿਆ ਗਿਆ ਹੋਵੇ, ਦਾਸ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਧੰਨ ਵਾਹਿਗੁਰੂ ਸਾਹਿਬ ਜੀਓ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ।